ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਵਿੰਦਰ ਸਿੰਘ ਤੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੱਜ ਦਾ ਮਸਲਾ ਲੈ ਕੇ। ਇਸ ਪ੍ਰੋਗਰਾਮ ਦੇ ਤਹਿਤ ਤੁਹਾਨੂੰ ਪਤਾ ਹੈ ਕਿ ਅਸੀਂ ਉਹਨਾਂ ਮਸਲਿਆਂ ਤੇ ਉਹਨਾਂ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਜਿਹੜੇ ਮਸਲੇ ਜਾਂ ਮੁੱਦੇ ਸਾਡੀ ਜ਼ਿੰਦਗੀ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ। ਔਰ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਉਹ ਵੀ ਸਾਡੀ ਜ਼ਿੰਦਗੀ ਨਾਲ ਸਿੱਧਾ ਜੁੜਿਆ ਹੋਇਆ ਹੈ। ਜਿਸ ਵਿਸ਼ੇ ਤੇ ਅਸੀਂ ਗੱਲਬਾਤ ਕਰਨੀ ਹੈ ਉਹ ਵਿਸ਼ੇ ਦਾ ਨਾਮ ਹੈ ਆਤਮ ਨਿਰਭਰ ਭਾਰਤ। ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਮਾਹਿਰ ਮਹਿਮਾਨ ਵੀ ਨੇ ਜਿਨ੍ਹਾਂ ਨੇ ਕਿ ਸਾਡਾ ਦੇਸ਼ ਜਿਹੜਾ ਉਹ ਆਤਮ ਨਿਰਭਰ ਕਿਵੇਂ ਬਣੇਗਾ। ਇਸ ਤੋਂ ਪਹਿਲਾਂ ਕਿ ਅਸੀਂ ਉਹਨਾਂ ਜਿਹੜੇ ਮਾਹਿਰ ਮਹਿਮਾਨ ਹੈ ਉਹਨਾਂ ਨਾਲ ਮੈਂ ਤੁਹਾਡਾ ਤਾਰਫ ਕਰਵਾ ਦੇਵਾਂ। ਸਭ ਤੋਂ ਪਹਿਲਾਂ ਤਾਂ ਮੈਂ ਟੈਲੀਫੋਨ ਨੰਬਰ ਜਿਹੜੇ ਆ, ਕਿਉਂਕਿ ਤੁਸੀਂ ਸਿੱਧੇ ਰਾਬਤਾ ਸਾਡੇ ਨਾਲ ਕਰਨਾ ਹੈ, ਸਿੱਧੇ ਜੁੜਨਾ ਹੈ ਟੈਲੀਫੋਨ ਦੇ ਰਾਹੀਂ, ਉਹ ਨੰਬਰ ਤੁਸੀਂ ਨੋਟ ਕਰ ਲਓ 0181 281 42 61, 0181 281 42 64। ਇਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਸਿੱਧਾ ਰਾਬਤਾ ਵੀ ਕਾਇਮ ਕਰ ਸਕਦੇ ਹੋ। ਸਾਡੇ ਐਕਸਪਰਟਸ ਤੋਂ, ਸਾਡੇ ਮਾਹਿਰ ਮਹਿਮਾਨਾਂ ਤੋਂ ਤੁਸੀਂ ਸਵਾਲ ਵੀ ਪੁੱਛ ਸਕਦੇ ਹੋ। ਤਾਂ ਆਓ ਪਹਿਲਾਂ ਸਭ ਤੋਂ ਮੈਂ ਤੁਹਾਨੂੰ ਆਪਣੇ ਮਹਿਮਾਨਾਂ ਨਾਲ ਮਿਲਾ ਦਿੰਦਾ। ਮੇਰੇ ਬਿਲਕੁਲ ਨਾਲ ਬੈਠੇ ਨੇ ਸ਼੍ਰੀ ਕੇ ਸ਼ਰਮਾ ਜੀ, ਜਿਹੜੇ ਕਿ ਚੇਅਰਮੈਨ ਨੇ ਸਿਟੀਜ਼ਨ ਅਰਬਨ ਕੋਆਪਰੇਟਿਵ ਬੈਂਕ ਜਲੰਧਰ। ਉਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਸ਼੍ਰੀ ਅਸ਼ਵਨੀ ਕੋਹਲੀ ਜੀ, ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਪੰਜਾਬ ਚੈਂਬਰ ਆਫ ਸਮਾਲ ਐਕਸਪੋਰਟਰਸ। ਕੋਹਲੀ ਸਾਹਿਬ ਤੇ ਸ਼ਰਮਾ ਜੀ, ਤੁਹਾਡਾ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ 'ਚ। ਕੋਵਿਡ ਦੇ ਦੌਰਾਨ ਕਿਉਂਕਿ ਅਸੀਂ ਪੂਰਾ ਵਰਲਡ ਜਿਹੜਾ ਉਹ, ਕੋਹਲੀ ਸਾਹਿਬ ਤੁਹਾਨੂੰ ਪਤਾ ਹੈ ਕਿ ਅਸੀਂ ਉਸ ਕਰੋਨਾ ਬਿਮਾਰੀ ਨਾਲ ਜੂਝ ਰਹੇ ਹਾਂ, ਪੂਰਾ ਵਰਲਡ ਹੀ, ਪੂਰਾ ਦੇਸ਼ ਜਿਹੜੇ ਆ ਸਾਰੇ ਉਹ ਜੂਝ ਰਹੇ। ਇਸ ਦੌਰਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਰਾਂ ਨੇ ਬਹੁਤ ਹੀ ਵਧੀਆ ਗੱਲ ਕੀਤੀ ਕਿ ਸਾਡਾ ਦੇਸ਼ ਜਿਹੜਾ, ਉਹਨਾਂ ਨੇ ਕੁਝ ਗੱਲਾਂ ਮਹਿਸੂਸ ਕੀਤੀਆਂ ਕਿ ਜਿਹੜੀਆਂ ਸਾਡੇ ਦੇਸ਼ ਲਈ ਬਹੁਤ ਜ਼ਰੂਰੀ ਸੀ ਕਿ ਸਾਡਾ ਦੇਸ਼ ਜਿਹੜਾ ਆਤਮ ਨਿਰਭਰ ਬਣਨਾ ਬਹੁਤ ਜ਼ਰੂਰੀ ਹੈ। ਇਹ ਆਤਮ ਨਿਰਭਰ ਸਾਡਾ ਦੇਸ਼ ਕਿਵੇਂ ਬਣ ਸਕਦਾ ਉਹਦੇ ਬਾਰੇ ਅਸੀਂ ਗੱਲਬਾਤ ਕਰਨੀ ਆ। ਸ਼ਰਮਾ ਜੀ, ਤੁਸੀਂ ਬਹੁਤ ਹੀ ਸੀਨੀਅਰ ਹੋ, ਬਹੁਤ ਜ਼ਿੰਦਗੀ ਦਾ ਤੁਹਾਡਾ ਤਜਰਬਾ ਹੈ। ਪ੍ਰਧਾਨ ਮੰਤਰੀ ਸਾਹਿਬ ਦੀ ਉਹ ਸਟੇਟਮੈਂਟ ਕਿ ਆਤਮ ਨਿਰਭਰ ਭਾਰਤ, ਇਹਦਾ ਅਰਥ ਕੀ ਹੈ ਉਹਦੇ ਬਾਰੇ ਦੱਸੋ। ਇਹਦਾ ਅਰਥ ਹੈ ਜੀ, ਜਿਹੜਾ ਸਾਡਾ ਮੁਲਕ ਭਾਰਤ ਹੈ ਜੀ, ਇਹ ਇਕਨੋਮਿਕਲੀ ਇੰਨਾ ਸਾਊਂਡ ਹੋਵੇ ਜੀ, ਕਿਉਂਕਿ ਗਲੋਬਲ ਮੰਦੀ ਆਈ ਔਰ ਇਹ ਬਿਮਾਰੀ ਤਾਂ ਪਤਾ ਹੀ ਨਹੀਂ ਲੱਗਾ ਜਿਹੜੀ ਕੋਵਿਡ ਦੀ ਔਰ ਇਹਨੇ ਸਗੋਂ ਕਈਆਂ ਅਕਲਾਂ ਦੇ ਦਿੱਤੀਆਂ। ਤੁਹਾਨੂੰ ਯਾਦ ਹੋਣਾ, ਤੁਸੀਂ ਕਦੀ ਸੁਣੀ ਸੀ PPE ਕਿੱਟ ਕੀ ਹੁੰਦੀ ਹੈ? ਜੀ, ਸੁਣੀ ਨਹੀਂ ਸੀ ਕਿਸੇ ਨੇ। ਤੇ ਉਹ ਬਿਲਕੁਲ ਬਾਹਰੋਂ ਆਉਂਦੀ ਸੀ, ਬੜੇ ਪੈਸੇ। ਇਸ ਵੇਲੇ ਇਹਨਾਂ ਦੇ ਇਸ ਸੋਚਣ ਦੇ ਨਾਲ, ਪ੍ਰਧਾਨ ਮੰਤਰੀ ਦੇ ਸੋਚਣ ਦੇ ਨਾਲ ਔਰ ਇਹਨਾਂ ਦਾ ਪਰਸੂ ਕਰਨ ਦੇ ਨਾਲ ਇਸ ਵੇਲੇ ਸਾਡਾ ਭਾਰਤ ਜਿਹੜਾ ਇੰਡੀਆ ਵਰਲਡ ਦੇ ਵਿੱਚ ਸੈਕੰਡ ਲਾਰਜੈਸਟ ਹੈ ਜਿਹੜਾ PP ਕਿੱਟਾਂ ਤਿਆਰ ਕਰਦਾ। 4.5 ਲੱਖ ਕਿੱਟ ਕਰਦਾ ਤਿਆਰ। ਨੰਬਰ ਹਾਲ ਤੇ ਚਾਈਨਾ, ਕਿਉਂਕਿ ਚਾਈਨਾ ਦਾ ਸ਼ਾਇਦ ਪਹਿਲੇ ਪਤਾ ਹੋਣਾ ਵੀ ਕੋਵਿਡ ਹੋਣਾ, ਉਹਨਾਂ ਤੇ ਪੂਰੇ ਅੱਧੇ ਮਾਸ ਵਗੈਰਾ ਹੋ ਰਹੇ। ਆਪਾਂ ਵੀ ਮੇਰੇ ਖਿਆਲ ਲਾਈਫ ਮੇਰੀ ਸੁਣੇ ਨਹੀਂ ਕਦੀ ਇਹ ਵੀ ਮੂੰਹ 'ਤੇ ਮਾਸਕ ਵੀ ਲਾਉਣਾ ਲੋੜ ਪੈਂਦੀ ਹੈ ਜਾਂ PP ਕਿੱਟ ਦੀ ਪੈਂਦੀ ਹੈ। ਸੋਚ ਉਹਨਾਂ ਨੇ ਇਹ ਕੀਤਾ ਹੈਗਾ ਵੀ ਜਿਹੜੀ ਆਪਣਾ ਇਕੋਨਮੀ ਆ ਇਹ ਤਾਂ ਹੀ ਬੂਸਟ ਹੋ ਸਕਦੀ ਜੇ ਅਸੀਂ ਸਾਡੀ ਇੰਡਸਟਰੀਅਲ ਗਰੋਥ ਹੋਵੇ ਜੀ। ਔਰ ਇਹਦਾ ਨੰਬਰ 2 ਕਹਿੰਦੇ ਆ ਵੀ ਜੇ ਗਰੋਥ ਹੋਈ, ਮਤਲਬ ਤਕੜੀ ਹੋਈ ਇਕੋਨਮੀ, ਲੇਕਿਨ ਉਹਦੀ ਸਸਟੇਨ ਵੀ ਰਹਿਣੀ ਚਾਹੀਦੀ ਆ ਜੀ। ਇਹ ਨਾ ਵੀ ਕਿਤੇ ਘਟਣ ਵਧਣ ਲੱਗ ਪਵੇ ਜੀ। ਤਾਂ ਉਹਦੇ ਵਿੱਚ ਜਿਹੜਾ ਹੈਗਾ ਕੋਈ ਵੀ ਇੰਡਸਟਰੀ ਪ੍ਰੋਡਕਸ਼ਨ ਕੋਈ ਵੀ ਆ, ਉਹਦੀ ਉਹ ਜਿਹੜੀ ਹੈ ਨਾ ਉਹ ਡਿਮਾਂਡ ਐਂਡ ਸਪਲਾਈ 'ਤੇ ਚੱਲਦੀ ਆ ਜੀ। ਜਿਸ ਵੇਲੇ ਡਿਮਾਂਡ ਹੁੰਦੀ ਉਹ ਸਰਕਲ ਦੇ ਨਾਲ ਬਣਦਾ। ਅਤੇ ਇਸ ਕਰਕੇ ਜਿੱਦਾਂ ਤੁਸੀਂ ਆ ਕੋਈ ਚੀਜ਼ ਲੈ ਲਓ, ਡਿਫੈਂਸ ਲੈ ਲਓ, ਦਵਾਈਆਂ ਲੈ ਲਓ, ਇਹ 'ਚ ਬਾਹਰੋਂ ਵੀ ਆਉਂਦੀਆਂ ਅਤੇ ਅਸੀਂ ਲੇਕਿਨ ਡਿਪੈਂਡੈਂਸ ਜਿੰਨੀ ਘੱਟ ਸਕੇ ਉਨੀ ਉਹਨਾਂ ਨੇ ਘਟਾਉਣ ਦੀ ਜਿਹੜੀ ਗੱਲ ਕੀਤੀ। ਮਤਲਬ ਤੁਹਾਨੂੰ ਛੋਟੀ ਜਿਹੀ ਮਿਸਾਲ ਦਾ, ਛੋਟੇ ਅੱਗੇ ਪਿੰਡਾਂ 'ਚ ਹੁੰਦੇ ਸੀਗੇ ਜੀ, ਪਿੰਡ ਆਪਣੇ ਆਪ 'ਤੇ ਆਤਮ ਨਿਰਭਰ ਹੁੰਦਾ ਸੀ ਜੀ। ਉੱਥੇ ਹੀ ਉਹਨਾਂ ਨੇ ਜਿਹੜੀ ਚੀਜ਼ ਉਹਦੀ ਪ੍ਰੋਡਿਊਸ ਕਰਕੇ ਉਹਨੂੰ ਕਰਕੇ ਪੈਸੇ ਬਣਾ ਲੈਣੇ ਜੀ, ਅਤੇ ਇੰਡਸਟਰੀ ਨਿੱਘੀ ਜਿਹੀ ਚਲਾ ਲੈਣੀ। ਜੀ, ਮੈਂ ਉਹੀ ਗੱਲ ਕਰਨ ਲੱਗਾ ਸੀ ਕਿ ਅੱਜ ਤੋਂ ਪਹਿਲੇ ਸਮਿਆਂ ਦੀ ਗੱਲ ਕਰਦੇ ਹਾਂ ਕੋਹਲੀ ਸਾਹਿਬ, ਤੇ ਆਤਮ ਨਿਰਭਰ ਸੀ ਲੋਕ। ਕਿਸੇ ਨੂੰ ਗੁੜ ਵੱਟੇ ਕਪਾਹ ਦੀ ਫਸਲ ਦੇ ਥੋੜ੍ਹਾ ਹਿੱਸਾ ਦੇ ਦੇਣਾ, ਕਿਸੇ ਕੋਲੋਂ ਕੋਈ ਕੰਮ ਕਰਾਉਣਾ ਤੇ ਉਹਨੂੰ ਉਸ ਚੀਜ਼ ਨੂੰ ਉਹਨੂੰ ਦੇ ਦੇਣਾ। ਤੇ ਹੁਣ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਤਜਰਬੇ ਦੇ ਹਿਸਾਬ ਨਾਲ ਇਹ ਆਤਮ ਨਿਰਭਰ ਦੀ ਗੱਲ ਕੀਤੀ ਆ ਕਿ ਸਾਡਾ ਦੇਸ਼ ਜਿਹੜਾ ਉਹ ਦੂਜੇ ਦੇਸ਼ਾਂ 'ਤੇ ਨਿਰਭਰ ਨਾ ਰਹੇ।
ਤੁਸੀਂ ਕੀ ਮਹਿਸੂਸ ਕਰਦੇ ਹੋ ਕੋਹਲੀ ਸਾਹਿਬ? ਸਭ ਤੋਂ ਪਹਿਲਾਂ ਤਾਂ ਜੀ ਪ੍ਰਧਾਨ ਮੰਤਰੀ ਜੀ ਨੂੰ ਬਹੁਤ ਵਧਾਈ ਕਿ ਜਿਨ੍ਹਾਂ ਨੇ ਦੇਸ਼ ਦੇ ਵਿੱਚ ਕੋਵਿਡ-19 ਨੂੰ ਇਸ ਤਰ੍ਹਾਂ ਕੰਟਰੋਲ ਕੀਤਾ ਕਿ ਨਹੀਂ ਤਾਂ ਜਾਪਦਾ ਸੀ ਕਿ ਵੀ ਭਾਰਤ ਦੇ ਵਿੱਚ ਕੋਵਿਡ-19 ਦਾ ਬਹੁਤ ਬੁਰਾ ਹਾਲ ਹੋਏਗਾ ਜੀ। ਆਬਾਦੀ ਨੂੰ ਦੇਖਦੇ ਹੋਏ, ਜਾਂ ਕੋਈ ਜਿਹੜੀਆਂ ਸਾਡੇ ਕੋਲ ਮੈਡੀਕਲ ਸਹੂਲਤਾਂ ਸੀਗੀਆਂ, ਪਰ ਉਹਨਾਂ ਨੇ ਬਿਨਾਂ ਕੁਝ ਜ਼ਿਆਦਾ ਕਹੇ ਕੁਹੇ ਬਹੁਤ ਅੱਛੇ ਤਰੀਕੇ ਦੇ ਨਾਲ ਇਹਨੂੰ ਕੰਟਰੋਲ ਕੀਤਾ ਔਰ ਹਿੰਦੁਸਤਾਨ ਨੂੰ ਇੱਕ ਬਰਬਾਦੀ ਦੇ ਦੌਰ ਚੋਂ ਨਹੀਂ ਨਿਕਲਣ ਦਿੱਤਾ। ਇਹਨਾਂ ਲਈ ਉਹਨਾਂ ਨੂੰ ਬਹੁਤ ਵਧਾਈ। ਇਸੇ ਦੌਰਾਨ ਤੁਸੀਂ ਦੇਖਿਆ ਕਿ ਵੁਹਾਨ ਜਿਹੜਾ ਸੀ ਉਹ ਦੁਨੀਆ ਦੇ ਵਿੱਚ ਮੈਨੂਫੈਕਚਰਿੰਗ ਹੱਬ ਬਣ ਚੁੱਕਾ ਸੀ ਚੀਨ ਦੇ ਵਿੱਚ ਜੀ। ਵੁਹਾਨ ਦੇ ਵਿੱਚੋਂ ਹੀ ਇਹ ਕਿਹਾ ਜਾ ਰਿਹਾ ਕਿ ਕਰੋਨਾ ਦਾ ਜਿਹੜਾ ਉਪਜ ਹੋਈ ਹੈ ਔਰ ਉੱਥੋਂ ਇਹ ਸਾਰੇ ਸੰਸਾਰ ਦੇ ਵਿੱਚ ਪਿਛਲੇ ਸਾਲ ਤੋਂ ਵੰਡਣੀ ਸ਼ੁਰੂ ਹੋ ਗਈ। ਕਿਸੇ ਵੇਲੇ ਕਿਸੇ ਮੈਚਾਂ ਦੇ ਥਰੂ ਹੋ ਗਈ, ਕਿਸੇ ਵੇਲੇ ਕਿਸ ਤਰ੍ਹਾਂ ਤਰੀਕੇ ਨਾਲ ਹੋ ਗਿਆ, ਵੱਖ-ਵੱਖ ਤਰੀਕਿਆਂ ਦੇ ਨਾਲ। ਇਹ ਤਾਂ ਚੀਨ ਜਾਣਦਾ ਕਿ ਉਹਨੇ ਕਿਸ ਤਰੀਕੇ ਦੇ ਨਾਲ ਇਹ ਕੰਮ ਕੀਤਾ। ਉਹਨੇ ਕਿਉਂ ਕੀਤਾ? ਕਿਉਂਕਿ ਸੰਸਾਰ ਦੇ ਵਿੱਚ ਉਹ ਆਪਣੀ ਜਿਹੜੀ ਆ ਤਾਕਤ ਸਰਦਾਰੀ ਕਰਨਾ ਚਾਹੁੰਦਾ ਜੀ, ਤੇ ਜਿਹੜੀ ਕਿ ਅੱਜ ਦੇ ਅਗਾਂਹਵਧੂ ਯੁੱਗ ਦੇ ਵਿੱਚ ਬਹੁਤ ਮੁਸ਼ਕਲ ਹੈ ਜੀ। ਪ੍ਰਧਾਨ ਮੰਤਰੀ ਜੀ ਨੇ ਦੇਖਿਆ ਕਿ ਇਸ ਵਕਤ ਸਾਨੂੰ ਜਿਹੜਾ ਹੈ ਕਈ ਚੀਜ਼ਾਂ ਦੇ ਕਾਰਨ ਸਾਨੂੰ ਚੀਨ ਦੇ ਉੱਪਰ ਨਿਰਭਰ ਰਹਿਣਾ ਪੈ ਰਿਹਾ ਸੀ, ਕਿਉਂਕਿ ਪਹਿਲਾਂ ਓਪਨ ਇਕਨੋਮੀ ਹੋ ਚੁੱਕੀ ਸਾਰੀ ਔਰ ਸਾਡੀਆਂ ਦਵਾਈਆਂ ਵੀ ਉੱਥੋਂ, ਇਲੈਕਟ੍ਰੋਨਿਕ ਗੁੱਡਸ ਵੀ ਉੱਥੋਂ, ਐਸੀਆਂ ਚੀਜ਼ਾਂ, ਖੇਡਾਂ ਦਾ ਸਮਾਨ ਉੱਥੋਂ, ਖਿਲੌਣੇ ਉੱਥੋਂ ਆਉਣੇ ਸ਼ੁਰੂ ਹੋ ਗਏ, ਚੀਨ ਚੋਂ ਆ ਰਹੇ ਸੀ। ਬੇਤਹਾਸ਼ਾ ਜਿਹੜੀਆਂ ਚੀਜ਼ਾਂ ਆ ਰਹੀਆਂ, ਹਿੰਦੁਸਤਾਨ ਦੇ ਲੋਕਾਂ ਨੇ ਇੱਕ ਕੰਫਰਟੇਬਲ ਐਟਮੋਸਫੀਅਰ ਲੈ ਲਿਆ ਕਿ ਜੋ ਚੀਜ਼ਾਂ ਚੀਨ ਚੋਂ ਮੰਗਾ ਲਓ, ਜੋ ਚੀਜ਼ ਮੰਗਾ ਲਓ। ਇੱਥੇ ਦੀ ਇੰਡਸਟਰੀ ਜਿਹੜੀ ਆਟੋਮੈਟਿਕਲੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਚੀਨ ਦੇ ਉੱਪਰ ਨਿਰਭਰ ਹੋਣੀ ਸ਼ੁਰੂ ਹੋ ਗਈ ਜੀ। ਬੜੀ ਔਖੀ ਗੱਲ ਸੀ। ਇਹਦੇ ਨਾਲ ਜਿਹੜਾ ਸਾਡਾ ਰੁਪਈਆ ਸੀਗਾ ਉਹ ਵੀ ਜਿਹੜਾ ਕਮਜ਼ੋਰ ਹੋਣਾ ਸ਼ੁਰੂ ਹੋ ਰਿਹਾ ਸੀ ਔਰ ਡਾਲਰ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ। ਦੇਸ਼ ਦੀ ਇਕਾਨਮੀ ਦੇ ਉੱਪਰ ਵੀ ਭੈੜਾ ਅਸਰ ਪੈਣਾ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਦੀ ਇੰਨੀ ਅੱਛੀ ਸੋਚੀ ਕਿ ਉਹਨਾਂ ਨੇ ਸੋਚਿਆ ਕਿ ਵੀ ਕਿਉਂ ਨਾ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਤਮ ਨਿਰਭਰ ਹੋ ਜਾਈਏ, ਸੰਸਾਰ ਦੇ ਵਿੱਚ ਬਿਨਾਂ ਕਿਸੇ ਨੂੰ ਕੋਈ ਕਸ਼ਟ ਦਿੱਤਿਆਂ ਜਾਂ ਬਿਨਾਂ ਕਿਸੇ ਦੇ ਕੋਈ ਕਿੰਤੂ ਪਰੰਤੂ ਕੀਤਿਆਂ ਅਸੀਂ ਕਿਹਨਾਂ ਚੀਜ਼ਾਂ ਦੇ ਉੱਪਰ ਆਤਮ ਨਿਰਭਰ ਹੋ ਸਕਦੇ ਹਾਂ, ਉਹ ਸਾਨੂੰ ਜ਼ਰੂਰੀ ਹੋਣਾ ਚਾਹੀਦਾ। ਜਿਵੇਂ ਕਿ ਉਹਨਾਂ ਨੇ ਦੇਖਿਆ ਕਿ ਵੀ ਇਸ ਵੇਲੇ ਜਿਹੜੀਆਂ ਖੇਡਾਂ ਦੀਆਂ ਚੀਜ਼ਾਂ ਹੈ, ਇਲੈਕਟ੍ਰੋਨਿਕ ਦੀਆਂ ਚੀਜ਼ਾਂ ਹੈ, ਉਹਨਾਂ ਨੂੰ ਕਿਉਂ ਨਾ ਹਿੰਦੁਸਤਾਨ ਦੇ ਅੰਦਰ ਹੀ ਬਣਾਇਆ ਜਾਵੇ। ਕਿਹੜੀ ਚੀਜ਼ ਜਿਹੜੀ ਹਿੰਦੁਸਤਾਨ 'ਚ ਨਹੀਂ ਸੀ ਪਹਿਲਾਂ ਬਣਦੀ, ਖਿਲੌਣੇ ਹਿੰਦੁਸਤਾਨ 'ਚ ਨਹੀਂ ਸੀ ਬਣਦੇ, ਸਭ ਕੁਝ ਬਣਦਾ ਸੀ। ਉਹਨਾਂ ਚੀਜ਼ਾਂ ਤੇ ਰੋਕ ਲਗਾ ਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਚੀਜ਼ਾਂ ਜਿਹੜੀਆਂ ਹਿੰਦੁਸਤਾਨ ਦੇ ਅੰਦਰ ਬਣਾਈਆਂ ਜਾਣ। ਇੱਕ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੇ ਮਈ ਦੇ ਮਹੀਨੇ 'ਚ ਲਗਭਗ 20 ਲੱਖ ਕਰੋੜ ਦੇ ਇੱਕ ਪੈਕੇਜ ਦੀ ਗੱਲ ਕੀਤੀ ਦੇਸ਼ ਨੂੰ ਆਤਮ ਨਿਰਭਰ ਕਰਨ ਲਈ। ਇਹ ਜਿਹੜਾ ਸੀਗਾ ਇਹ ਪੈਕੇਜ ਉਹਨਾਂ ਨੇ ਅਨਾਉਂਸ ਕੀਤਾ 20 ਲੱਖ ਕਰੋੜ ਤੋਂ ਉੱਪਰ ਦਾ, ਜਿਸ ਦੇ ਵਿੱਚ ਜਾ ਕੇ ਕਿ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਸਤੇ ਇਹ ਜਿਹੜਾ 20 ਲੱਖ ਕਰੋੜ ਦਾ ਪੈਕੇਜ ਹੈ, ਇਹਦੇ ਵਿੱਚ RBI ਦਾ ਜਿਹੜਾ ਦਿੱਤਾ ਹੋਇਆ ਪੈਕੇਜ ਤੇ ਹੋਰ ਸਹੂਲਤਾਂ ਉਹ ਵੀ ਸ਼ਾਮਲ ਹੈਗੀਆਂ। ਪਹਿਲਾਂ ਵੀ ਗਵਰਨਮੈਂਟ ਨੇ ਕਈ ਇਨਸੈਂਟਿਵ ਦੇਣੇ ਸ਼ੁਰੂ ਕੀਤੇ। ਇਸ ਦੇ ਵਿੱਚ ਜਾ ਕੇ ਉਹਨਾਂ ਨੇ ਦੇਖਿਆ ਕਿ ਅਗਰ ਮੈਂ ਆਪਣੇ ਮੁਲਕ ਦੇ ਵਿੱਚ ਜਿਹੜੀਆਂ ਚੀਨ ਦੇ ਵਿੱਚੋਂ ਨਾਰਾਜ਼ ਹੋ ਕੇ ਕੰਪਨੀਆਂ ਬਾਹਰਲੇ ਮੁਲਕਾਂ ਦੀਆਂ ਵਾਪਸ ਜਾ ਰਹੀਆਂ, ਕਿਉਂ ਨਾ ਮੈਂ ਉਹਨੂੰ ਆਪਣੇ ਮੁਲਕ ਦੇ ਵਿੱਚ ਅੰਦਰ ਲਿਆਵਾਂ ਤੇ ਇੱਥੇ ਲਿਆ ਕੇ ਉਹਨਾਂ ਦਾ ਜਿਹੜੀ ਪ੍ਰੋਡਕਸ਼ਨ ਸ਼ੁਰੂ ਹੋਵੇ, ਮੇਰੇ ਦੇਸ਼ 'ਚ ਵੀ ਜਾਵੇ ਤੇ ਹਿੰਦੁਸਤਾਨ ਦੀ ਐਕਸਪੋਰਟ ਵੀ ਵਧੇ। ਮੇਕ ਇਨ ਇੰਡੀਆ ਪ੍ਰੋਗਰਾਮ ਵੀ ਆਇਆ। ਇਸ ਤਰ੍ਹਾਂ ਕਈ ਪ੍ਰੋਗਰਾਮ ਸਰਕਾਰ ਨੇ, ਪ੍ਰਧਾਨ ਮੰਤਰੀ ਨੇ ਚਲਾਏ। ਇਸ ਚੀਜ਼ ਨੂੰ ਦੇਖਦੇ ਹੋਏ ਉਹਨਾਂ ਨੇ ਜਿਹੜਾ ਪੈਕੇਜ ਡਿਕਲੇਅਰ ਕੀਤਾ ਉਹ ਇਸ ਵਾਸਤੇ ਕੀਤਾ ਕਿ ਉਹਨਾਂ ਨੇ 5 ਗੱਲਾਂ ਮੁੱਖ ਰੱਖੀਆਂ ਜੀ ਕਿ ਇੱਥੋਂ ਦਾ ਜਿਹੜਾ ਸਭ ਤੋਂ ਪਹਿਲਾਂ ਸਾਡੀ ਜਿਹੜੀ ਇਕਾਨਮੀ ਇਹ ਗਰੋ ਤਾਂ ਕਰਦੀ ਹੈ। ਤੁਸੀਂ ਦੇਖਿਆ ਹਰ ਸਾਲ GDP ਦੇ ਹਿਸਾਬ ਨਾਲ ਕੋਈ 7%, 9%, 12% ਗਰੋ ਕਰਦੀ ਰਹਿੰਦੀ ਹੈ। ਇਨਫਲੇਸ਼ਨ ਵੀ ਆਉਂਦੀ ਰਹਿੰਦੀ ਹੈ। ਉਹਨੇ ਸੋਚਿਆ ਕਿ ਕਿਉਂ ਨਾ ਇਹਦੀ ਮੈਂ ਇੱਕਦਮ ਜਿਹੜੀ ਆ V ਸ਼ੇਪ ਇਕਾਨਮੀ ਦੀ ਗਰੋਥ ਕਰਾਂ। ਅੱਜ ਹਿੰਦੁਸਤਾਨ ਦੇ ਵਿੱਚ ਇਹ ਜਿਹੜਾ ਪੈਕੇਜ ਉਹਨਾਂ ਨੇ ਡਿਕਲੇਅਰ ਕੀਤਾ 20 ਲੱਖ ਕਰੋੜ ਦਾ, ਇਹ ਤਕਰੀਬਨ 10% ਇੰਡੀਅਨ ਇਕਾਨਮੀ ਦਾ ਹੈ ਸੀ, ਜਿਹੜੀ ਕਿ $2 ਟ੍ਰਿਲੀਅਨ ਦੀ ਦੱਸੀ ਜਾ ਰਹੀ ਹੈ। ਉਹਨਾਂ ਨੇ ਕਿਹਾ ਮੈਂ $5 ਟ੍ਰਿਲੀਅਨ ਦੀ ਇਕਾਨਮੀ ਜਿਹੜੀ ਆ ਦੇਸ਼ ਦੀ ਬਣਾਵਾਂਗਾ। ਬਹੁਤ ਵੱਡਾ ਔਰ ਬਹੁਤ ਮਜ਼ਬੂਤ ਨਾਰਾ ਦਿੱਤਾ। ਇਸ ਨੂੰ ਪੂਰਾ ਕਰਨ ਲਈ ਉਹਨਾਂ ਨੇ ਮਦਦ ਕਰਨ ਦੀ ਜਿਹੜੀ ਹੈ ਉਹ ਜਿਹੜਾ ਡਿਕਲੇਅਰ ਕੀਤਾ ਪੈਕੇਜ, ਜਿਹਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਵੀ ਮੈਂ ਇਹਦੇ ਵਿੱਚ ਇਕਾਨਮੀ ਨੂੰ ਕਿਵੇਂ ਗਰੋ ਕਰਾਂ। ਇਕਾਨਮੀ ਜਿਹੜੀ ਹੈ ਇੱਕਦਮ ਜੰਪ ਕਰਕੇ ਉੱਪਰ ਆਏ। ਜਦ ਤੱਕ ਜੰਪ ਕਰਕੇ ਨਹੀਂ ਆਏਗੀ ਉਹਨਾਂ ਚਿਰ ਸਾਡਾ ਦੇਸ਼ ਜਿਹੜਾ ਤਦ ਤੱਕ ਨਹੀਂ ਹੋ ਸਕਦਾ, ਜਿਹੜਾ ਉਹ ਨਹੀਂ ਹੋ ਸਕਦਾ। ਸ਼ਰਮਾ ਜੀ, ਇਹਦੇ ਨਾਲ ਦੀ ਨਾਲ ਜਿਵੇਂ ਕੋਹਲੀ ਸਾਹਿਬ ਨੇ ਦੱਸਿਆ ਕਿ ਅਸੀਂ ਨਾ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ 20 ਲੱਖ ਕਰੋੜ ਦਾ
ਪੈਕੇਜ ਉਦੋਂ ਵੱਧ ਦਾ ਦਿੱਤਾ, ਉਹ ਦੇਸ਼ ਨੂੰ ਉੱਪਰ ਉਠਾਉਣ ਲਈ ਸੀ ਕਿ ਇੰਡਸਟਰੀ ਨੂੰ ਕਿੱਥੇ ਦੇਣਾ, ਕੀ ਹੋਣਾ ਚਾਹੀਦਾ। ਹੁਣ ਤੁਸੀਂ ਜਿਵੇਂ PPE ਕਿੱਟ ਦੀ ਗੱਲ ਕੀਤੀ ਜਾਂ ਹੋਰ ਤੁਸੀਂ ਜਿਹੜੀਆਂ ਗੱਲਾਂ ਕੀਤੀਆਂ, ਉਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਇਹਦੇ ਨਾਲ ਦੀ ਨਾਲ ਹੋਰ ਚੀਜ਼ਾਂ ਜਿਹੜੀਆਂ ਉਹਨਾਂ ਨੇ ਬੈਂਕਾਂ ਨੂੰ ਕੋਈ RBI ਨੇ ਜਾਂ ਸਾਡੇ ਜਿਹੜੇ ਖਜ਼ਾਨਾ ਮੰਤਰੀ ਨੇ ਮੈਡਮ ਸਾਹਿਬਾ ਉਹਨਾਂ ਨੇ ਕੁਝ ਐਲਾਨ ਕੀਤੇ, ਬਾਲੂ ਜੀ ਉਹਦੇ ਉਹ ਜਿਹੜੇ ਤੁਸੀਂ ਕਿਉਂਕਿ ਬੈਂਕ ਨਾਲ ਸੰਬੰਧਿਤ ਹੋ, ਕਿਹੜੇ ਐਲਾਨ ਨੇ? ਮੈਂ ਇਸ ਤੋਂ ਪਹਿਲਾਂ ਕਿ ਤੁਹਾਡਾ ਜਵਾਬ ਲਵਾਂ, ਇੱਕ ਦਰਸ਼ਕ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ। ਹੈਲੋ हाँ सत श्री अकाल जी। हाँ जी सत श्री अकाल हंस साहब, सवाल शर्मा जी नमस्कार। मैं बेनती करा जी शर्मा जी, मैं ਤੁਹਾਡਾ ਵਕਤ ਚੇਤੇ ਕਰਾਵਾਂਗਾ PR 480 ਇਹਦੇ ਅਧੀਨ ਅਮਰੀਕਾ ਤੋਂ ਸਾਨੂੰ ਮੰਗਵੀਂ ਜਿਹੜੀ ਆ ਕਣਕ ਆਉਂਦੀ ਸੀ ਤੇ ਉਹ ਅਸੀਂ ਖਾਧੀ ਆ, ਬਿਲਕੁਲ ਅਸੀਂ ਵਰਤੀ ਆ। ਜਿਹੜੇ ਸਾਡੇ ਮੰਡੀਆਂ ਦੇ ਦਾਣੇ ਹੁੰਦੇ ਸੀ ਉਹ ਮਣਾ ਜੇ ਹੁੰਦੇ ਸੀ, 16 ਕਿਲੋ ਦਾ ਮਣ ਹੁੰਦਾ ਸੀ। IGC ਤੇ ਇਹ ਆ ਕਿ ਪੰਜਾਬ ਦੇ ਕਿਸਾਨ ਨੇ ਜਿੰਨਾ ਝੋਨਾ ਔਰ ਕਣਕ ਪੈਦਾ ਕੀਤੀ ਆ, ਪੂਰੇ ਦੇਸ਼ ਦਾ ਢਿੱਡ ਭਰ ਦਿੱਤਾ। ਕੋਲੀ ਸਾਹਿਬ ਮੇਰੀ ਗੱਲ ਦਾ ਜਵਾਬ ਤੁਸੀਂ ਦਿਓ। ਬਟਾਲੇ ਨੂੰ ਲੋਹੇ ਦਾ ਸ਼ਹਿਰ ਕਹਿੰਦੇ ਸੀ, ਅੰਮ੍ਰਿਤਸਰ ਨੂੰ ਕੱਪੜੇ ਦਾ ਸ਼ਹਿਰ ਕਹਿੰਦੇ ਸੀ, ਲੁਧਿਆਣੇ ਨੂੰ ਸਾਈਕਲ ਦਾ ਸ਼ਹਿਰ ਕਹਿੰਦੇ ਸੀ। ਉਹ ਜਿਹੜੀ ਸਾਡੀ ਇੰਡਸਟਰੀ ਹਿੱਲੀ ਆ ਨਾ, ਅੱਜ ਤੱਕ ਹਿੱਲੀ ਚੱਲ ਗਈ ਆ। ਹੁਣ ਤੁਸੀਂ ਵੀ ਦੱਸਿਓ ਵੀ ਜਿਹੜੀ ਇੰਡਸਟਰੀ ਆ ਇਹਨੂੰ ਪੈਰੀ ਕਰਨ ਵਾਸਤੇ ਜਿਹੜੇ ਆਹੀ ਆਤਮ ਨਿਰਭਰ ਅਸੀਂ ਜਿਹੜਾ ਹੈਗਾ ਹੋਣਾ ਚਾਹੁੰਦੇ ਆ, ਅਸੀਂ ਕਿੱਦਾਂ ਆਤਮ ਨਿਰਭਰ ਹੋਵਾਂਗੇ? ਬਟਾਲੇ ਨੂੰ ਕਿੱਦਾਂ ਸਵਾਰਾਂਗੇ? ਅੰਮ੍ਰਿਤਸਰ ਨੂੰ ਕੀ ਕਰਾਂਗੇ? ਜਿਹੜਾ ਲੁਧਿਆਣਾ ਉਹਨੂੰ ਕੀ ਸਹਾਰਾ ਦਿਆਂਗੇ? ਉਹਨੂੰ ਕੀ ਆਕਸੀਜਨ ਦਿਆਂਗੇ? ਜਿਹੜਾ ਸਾਡੀ ਇੰਡਸਟਰੀ ਆ ਉਹ ਵਧੇ ਫੁੱਲੇ। ਧੰਨਵਾਦ, ਮਿਹਰਬਾਨੀ ਜੀ। ਕੋਹਲੀ ਸਾਹਿਬ ਤੁਸੀਂ ਇੰਡਸਟਰੀ ਨਾਲ ਸੰਬੰਧਿਤ ਹੋ, ਇਸ ਕਰਕੇ ਬੜੇ ਮਾਣ ਵਾਲੇ ਅਹੁਦੇ ਤੇ ਤੁਸੀਂ ਕੰਮ ਵੀ ਕਰਦੇ ਹੋ। ਉਹਨਾਂ ਦਾ ਸਵਾਲ ਹੀ ਤੁਹਾਡੇ ਤੋਂ ਕਿ ਵਾਕਈ ਇਹ ਸ਼ਰਮਾ ਜੀ ਨੂੰ ਵੀ ਪੁੱਛਿਆ ਉਹਨਾਂ ਨੇ ਜੀ, ਕਿਉਂਕਿ ਕਿਸਾਨ ਹੈ ਨਾ ਜੀ। ਇਹਦੇ ਵਿੱਚ ਹੰਸ ਸਾਹਿਬ ਨੇ ਬਹੁਤ ਅੱਛਾ ਸਵਾਲ ਕੀਤਾ ਜੀ ਵੀ ਇਹ ਜਿਹੜੀ ਇੰਡਸਟਰੀ ਆ ਹਿੱਲ ਗਈ ਆ, ਇਹਦੀ ਰਿਵਾਈਵਲ ਕਿੱਦਾਂ ਹੋਏਗੀ ਜੀ। ਇਹਦੀ ਰਿਵਾਈਵਲ ਜਿਹੜੀ ਹੈ ਉਹ ਦੋ ਤਰੀਕਿਆਂ ਨਾਲ ਹੋ ਸਕਦੀ ਆ। ਪਹਿਲੀ ਇਹ ਕਿ ਅਸੀਂ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਆਤਮ ਨਿਰਭਰ ਪ੍ਰੋਗਰਾਮ ਬਣਾਇਆ, ਉਹਦੇ ਵਿੱਚ ਉਹਨਾਂ ਨੇ ਜਾ ਕੇ MSME ਦੀ ਪਰਿਭਾਸ਼ਾ ਵੀ ਚੇਂਜ ਕਰ ਦਿੱਤੀ ਆ, ਸਰਵਿਸ ਸੈਕਟਰ ਪ੍ਰੋਡਕਸ਼ਨ ਸੈਕਟਰ ਇੱਕੋ ਕਰ ਦਿੱਤੇ ਆ ਜੀ। ਅਸੀਂ ਉਸ ਨੂੰ ਦੇਖੀਏ ਔਰ ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਕਿ ਪਹਿਲੀ ਸੀ V ਸ਼ੇਪ ਇਕਨੋਮੀ ਦੀ ਗਰੋਥ ਹੋਵੇ, ਇੱਕਦਮ ਉਹ 'ਚ ਜੰਪ ਆਵੇ ਜੀ, ਕਿਉਂਕਿ ਸਲੋ ਇਕਨੋਮੀ ਚੱਲੇਗੀ ਤਾਂ ਫਿਰ ਤਾਂ ਬਹੁਤ ਟਾਈਮ ਲੱਗ ਜਾਏਗਾ। ਉਸ ਤੋਂ ਬਾਅਦ ਉਹਨੇ ਕਿਹਾ ਇਨਫਰਾਸਟ੍ਰਕਚਰ ਜਿਹੜਾ ਸਾਨੂੰ ਜਿਹੜਾ ਉਹ ਬਿਲਕੁਲ ਠੀਕ ਕਰਨਾ ਚਾਹੀਦਾ, ਜਿਵੇਂ ਸੜਕਾਂ ਹੈ, ਟੈਕਨੋਲੋਜੀ ਹੈ, ਐਜੂਕੇਸ਼ਨ ਆ, ਹੈਲਥ ਸੈਕਟਰ ਆ, ਇਹ ਸਾਰੀਆਂ ਚੀਜ਼ਾਂ ਦੇਖੀਆਂ ਜਾਣ। ਹੁਣ ਟੈਕਨੋਲੋਜੀ ਜਾ ਕੇ ਦੇਖ ਲਓ, ਐਜੂਕੇਸ਼ਨ ਦੇਖ ਲਓ, ਅੱਜ ਬੱਚੇ ਪੜ੍ਹਦੇ ਆ। ਕਿੰਨੀ ਮਾੜੀ ਗੱਲ ਆ ਕਿ ਸਾਡੇ ਕੱਲ ਦੁਕਾਨਦਾਰ ਜਿਹੜੇ ਸੀਗੇ ਜੀ ਉਹ ਅੱਜ ਉੱਠ ਕੇ ਯੂਨੀਵਰਸਿਟੀਆਂ ਬਣਾ ਬੈਠੇ ਆ, ਤੇ ਬੱਚਿਆਂ ਨੂੰ ਕੀ ਉਹ ਐਜੂਕੇਸ਼ਨ ਦੇ ਕੇ ਕਿਸ ਤਰ੍ਹਾਂ ਤਿਆਰ ਕਰ ਰਹੇ ਆ, ਇਹ ਬੜੀ ਸੋਚਣ ਦੀ ਗੱਲ ਆ ਰਹੀ ਆ। ਬੱਚੇ ਤਾਂ ਇਸ ਵੇਲੇ ਇੱਥੋਂ ਪੜ੍ਹ ਕੇ ਜਾ ਰਹੇ ਆ, ਲੇਕਿਨ ਉਹਨਾਂ ਦਾ IQ ਜਿਹੜਾ ਜਦੋਂ ਵਿਦੇਸ਼ਾਂ ਵਿੱਚ ਜਾਂਦੇ ਆ ਜਾਂ ਅੱਛੀਆਂ ਕੰਪਨੀਆਂ ਜਾਂਦੇ ਆ, ਉੱਥੇ ਜਾ ਕੇ ਉਹ ਪੂਰਾ ਸਫਲਤਾਪੂਰਵਕ ਆਪਣਾ ਪਰਫਾਰਮੈਂਸ ਨਹੀਂ ਕਰ ਪਾਉਂਦੇ। ਇਹੀ ਕਾਰਨ ਹਨ ਸਾਹਿਬ ਕਿ ਅਸੀਂ ਕਾਰਖਾਨੇ ਤਾਂ ਲਾ ਲਏ, ਉਹਨਾਂ ਦੀ ਪ੍ਰੋਡਕਸ਼ਨਾਂ ਕਰੀ ਗਏ, ਟੈਕਨੋਲੋਜੀ ਨੂੰ ਅਪਗ੍ਰੇਡ ਨਹੀਂ ਕੀਤਾ। ਅੱਜ ਜਿਹੜੀ ਇੱਕ ਲੇਥ ਤੁਸੀਂ ਇੱਥੇ ਦੇਖ ਰਹੇ ਹੋ ਉਹਨੂੰ ਕੌਣ ਵਰਤਦਾ? ਬਹੁਤ ਘੱਟ। CNC ਮਸ਼ੀਨਾਂ ਆ ਗਈਆਂ ਬਟਾਲੇ 'ਚ, ਕਿਹਨੇ ਮੈਨੂੰ ਦੱਸੋ CNC ਮਸ਼ੀਨਾਂ ਉਦੋਂ ਤੋਂ ਬਣਾਉਣੀ ਸ਼ੁਰੂ ਕੀਤੀਆਂ? ਅਸੀਂ ਆਪ ਖੁਦ ਇਹਦੇ ਜ਼ਿੰਮੇਵਾਰ ਹਾਂ ਜੀ। ਅਸੀਂ ਟੈਕਨੋਲੋਜੀ ਨੂੰ ਨਹੀਂ ਅਪਗ੍ਰੇਡ ਕੀਤਾ। ਉਹੀ ਚੀਜ਼ ਨੂੰ ਦੇਖਦੇ ਹੋਏ ਅੱਜ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਇਨਫਰਾਸਟ੍ਰਕਚਰ, ਟੈਕਨੋਲੋਜੀ, ਉਸ ਤੋਂ ਬਾਅਦ ਉਹਨਾਂ ਕਿਹਾ ਸਿਸਟਮ ਦਾ ਸੁਧਾਰ ਕਰੋ। ਸਿਸਟਮ ਦੇ ਸੁਧਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੋਈ ਮੇਰੇ ਇਸ ਵੇਲੇ ਅਨਸੈਸਰੀ ਖਰਚੇ ਆ ਰਹੇ ਆ, ਟੈਕਨੋਲੋਜੀ ਜਿਹੜੀ ਆ, ਹਿੰਦੁਸਤਾਨ ਇੱਕ ਪਾਵਰ ਬਣ ਚੁੱਕਾ ਸੌਫਟਵੇਅਰ ਦੇ ਵਿੱਚ। ਦੂਜੇ ਮੁਲਕਾਂ ਨੂੰ ਸੌਫਟਵੇਅਰ ਦੇ ਕੇ ਅਸੀਂ ਦੂਜੇ ਮੁਲਕਾਂ ਦੀ ਗਰੋਥ ਬਣਾ ਰਹੇ। ਆਪਣੇ ਮੁਲਕਾਂ ਦੇ ਵਿੱਚ ਜਿਹੜਾ ਹੈ ਸੌਫਟਵੇਅਰ ਦਾ ਪ੍ਰਯੋਗ ਅਸੀਂ ਉਹਨਾਂ ਨਹੀਂ ਕਰ ਰਹੇ ਜਿੰਨਾ ਕਿ ਬਾਕੀ ਮੁਲਕ ਕਰ ਰਹੇ। ਇਹਦਾ ਮਤਲਬ ਕੋਹਲੀ ਸਾਹਿਬ ਉਹਨਾਂ ਨੇ ਮਹਿਸੂਸ ਕੀਤਾ ਕਿ ਜੇ ਇੰਡਸਟਰੀ ਨੂੰ ਅਸੀਂ ਉੱਪਰ ਚੱਕਣਾ ਹੈ ਤਾਂ ਉਹਦੇ ਲਈ ਸਾਨੂੰ ਪੈਕੇਜ ਦੀ ਵੀ ਜ਼ਰੂਰਤ ਹੈ, ਲੋਕਾਂ ਨੂੰ ਅਵੇਅਰ ਕਰਨ ਦੀ ਵੀ ਲੋੜ ਹੈ, ਔਰ ਇੱਥੇ ਜਿੰਨਾ ਇਨਫਰਾਸਟ੍ਰਕਚਰ ਦੀ ਤੁਸੀਂ ਗੱਲ ਕੀਤੀ ਆ ਉਹ ਬਣਾਉਣ ਦੀ ਜ਼ਰੂਰਤ ਹੈ ਤੇ ਉਹਨੂੰ ਸਾਨੂੰ ਬਣਾਉਣਾ ਵੀ ਚਾਹੀਦਾ। ਸਿਸਟਮ ਦੀ ਵੀ ਲੋੜ ਹੈ। ਸਿਸਟਮ ਦੀ ਵੀ ਲੋੜ ਹੈ। ਸ਼ਰਮਾ ਜੀ, ਜਿਵੇਂ ਮੈਂ ਤੁਹਾਡੇ ਕੋਲ ਪੁੱਛ ਹੀ ਰਿਹਾ ਸੀ ਕਿ ਬੈਂਕਾਂ ਨੂੰ ਜਿਹੜਾ ਸਰਕਾਰ ਨੇ ਕੋਈ ਦਿਸ਼ਾ ਨਿਰਦੇਸ਼ ਜਿਹੜੇ ਦਿੱਤੇ ਆ ਕਿ
ਬਹੁਤ ਸਾਰੇ ਲੋਕਾਂ ਨੇ ਲੋਨ ਲਿਆ, ਸਾਡੇ ਤੁਹਾਨੂੰ ਪਤਾ ਹੀ ਆ ਕਿ ਸਾਡੇ ਦੇਸ਼ ਦੇ ਲੋਕ ਕਿਸੇ ਨੇ ਘਰ ਬਣਾਇਆ, ਕਿਸੇ ਨੇ ਉਹਨਾਂ ਨੂੰ ਕੋਈ ਰਿਆਇਤ ਦੇਣ ਦੀ ਵੀ ਗੱਲ ਕੀਤੀ ਸੀ। ਦੇਖੋ ਜਿਹੜੀ ਹੈ ਨਾ ਕੋਵਿਡ ਤਾਂ ਬਾਅਦ ਚ ਆਇਆ ਜੀ, ਪਹਿਲੇ ਥੋੜੀ ਜਿਹੀ ਗਲੋਬਲ ਮੰਦੀ ਸਾਰੇ ਵਰਲਡ ਦੇ ਵਿੱਚ ਹੀ ਨਾ ਇਕਨੋਮੀ ਦਾ ਅਸਰ ਪਿਆ ਸੀਗਾ ਜੀ, ਉਹਦੇ ਨਾਲ ਬੈਂਕਾਂ 'ਚ ਐਨਪੀ ਵੀ ਵਧੇ ਆ, ਆਰਬੀਆਈ ਵੀ ਕਹਿੰਦਾ ਹੈ ਜੀ, ਲੇਕਿਨ ਜਿਸ ਲਈ ਆ ਗਈ ਫਿਰ ਤਕਰੀਬਨ ਜਿਹੜੇ ਪਿਛਲੇ ਸਾਲ ਮਾਰਚ ਦੇ 15 ਦੇ ਬਾਅਦ ਕੋਵਿਡ ਸ਼ੁਰੂ ਹੋ ਗਿਆ ਜੀ, ਜਦੋਂ ਕਿ ਬੈਂਕ ਰਿਕਵਰੀਆਂ ਕਰਦਾ ਜੀ, ਤੇ ਉਹਨਾਂ ਨੇ ਫਿਰ ਇਹ ਕਰਤਾ ਵੀ ਜਿਹੜੇ 2-2 ਕਿਸ਼ਤ ਕੁਆਟਰ 3 ਮਹੀਨੇ ਦਾ ਕਿਸ਼ਤ ਹੁੰਦੀ ਹੈ ਵੀ ਉਹ ਗਾਂਹ ਪਾ ਦਈਏ ਜੀ, ਉਹਦਾ ਵੀ ਐਨਪੀਏ ਜਿਹੜੀ ਹੈ ਨਾ ਇੱਕ ਟਰਮ, ਉਹਦੇ ਨਾਲ ਇਦਾਂ ਵੀ ਜਿਹੜੇ ਬੰਦੇ ਦਾ ਲੋਨ ਹੁੰਦਾ ਜਿਹਦਾ ਐਨਪੀਏ ਹੋ ਗਿਆ ਉਹ ਤਾਂ ਉਸ ਬੈਂਕ ਤਾਂ ਡਿਫਾਲਟਰ ਹੋ ਗਿਆ ਜੀ, ਇੱਕ ਸਿਬਲ ਹੈ ਜਿਹੜਾ ਕਿ ਉਹਦੀ ਕਹਿੰਦੇ ਉਹਨੂੰ ਵੀ ਕ੍ਰੈਡਿਟ ਵਰਦੀਨੈਸ ਜੀ, ਉਹ ਸਾਰੀ ਮੁੱਕ ਜਾਂਦੀ ਹੈ, ਸਾਰਾ ਉਹ ਸਿਸਟਮ ਚੱਲ ਜਾਂਦਾ। ਕੋਈ ਬੈਂਕ ਨਹੀਂ ਲੋਨ ਦਿੰਦਾ ਬਿਨਾਂ ਉਹਨੂੰ ਸਿਬਲ ਦੇਖੇ ਤੇ। ਜੀ, ਤੁਹਾਡਾ ਸਿਬਲ ਕਹਿ ਦਿੱਤਾ ਜਾਂਦਾ ਕਿ ਤੁਹਾਡਾ ਸਿਬਲ ਜਿਹੜਾ ਉਹ ਠੀਕ ਨਹੀਂ ਹੈ, ਖਰਾਬ ਹੈ, ਇਸ ਕਰਕੇ ਤੁਹਾਨੂੰ ਅਗਲੀ ਬੈਂਕ 'ਚ ਜਿਹੜਾ ਲੋਨ ਨਹੀਂ ਮਿਲਦਾ। ਇਸ ਕਰਕੇ ਜਿਹੜੀਆਂ 2 ਉਹਨਾਂ ਨੇ ਦੇਤੀਆਂ ਜੀ 31 ਦਸੰਬਰ ਤਾਈਂ ਉਹ ਠੀਕ ਹੈ, ਗਾਂ ਸਿਸਟਮ ਉਹ ਤਾਂ ਸ਼ਾਇਦ ਹੋਰ ਵੀ ਦੇਣਗੇ। ਇਸ ਤੋਂ ਇਲਾਵਾ ਫਿਰ ਇਹਦੇ ਆਪਣੇ ਡਿਮਾਂਡ ਰੌਲਾ ਪੈਣ ਲੱਗ ਪਿਆ, ਅਗੇ ਜੀ ਤੁਹਾਨੂੰ ਤਾਂ ਸੂਦ ਤੇ ਸੂਦ ਲੱਗੀ ਜਾਣਾ, ਤੁਹਾਨੂੰ ਕੀ ਫਾਇਦਾ ਹੋਇਆ ਜੀ। ਤੇ ਉਹ ਕਰਤਾ ਵੀ ਜਿਹੜਾ ਸੂਦ ਹੈਗਾ ਉਹ ਅਸੀਂ ਬੈਂਕਾਂ ਨੇ ਉਹਨਾਂ ਦਾ ਵਾਪਸ ਕਰਤਾ, ਜਿਹੜਾ ਦੂਜਾ ਸੂਦ ਹੈ ਜਿਹੜਾ ਸੂਦਦਾਰ ਸੂਦ ਵਿਆਜ ਤੇ ਵਿਆਜ ਦੀ ਜਿਹੜੀ ਗੱਲ ਕਰਦੇ ਉਹ ਵਾਪਸ ਜੀ, ਉਹ ਸਾਨੂੰ ਆਪੇ ਹੀ ਸਰਕਾਰ ਸਾਨੂੰ ਪੈਸੇ ਭੇਜ ਦੇਊਗੀ ਜੀ, ਮਤਲਬ ਇਹ ਹੈ ਜਿਹਦਾ। ਜੀ ਕੋਹਲੀ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਆਤਮ ਨਿਰਭਰ ਕਰਨ ਲਈ ਜਿਵੇਂ ਸਾਡੇ ਵਿਦਿਆਰਥੀ ਆ ਪੜ੍ਹਦੇ ਇੱਥੇ ਆ, ਕੰਮ ਜਾ ਕੇ ਵਿਦੇਸ਼ਾਂ 'ਚ ਕਰਦੇ ਆ, ਉਹਨਾਂ ਲਈ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ, ਤੁਸੀਂ ਕਿਉਂਕਿ ਇੰਡਸਟਰੀ ਨਾਲ ਸੰਬੰਧਿਤ ਹੋ, ਕਿ ਸਾਡੇ ਵਿਦਿਆਰਥੀਆਂ 'ਚ ਕਾਬਲੀਅਤ ਦੀ ਕਮੀ ਨਹੀਂ ਹੈਗੀ, ਕਾਬਲ ਨੇ ਸਾਡੇ ਵਿਦਿਆਰਥੀ, ਪੜ੍ਹਦੇ ਇੱਥੇ ਨੇ, ਕੰਮ ਜਾ ਕੇ ਬਾਹਰ ਕਰਦੇ। ਕੀ ਇਸ ਸਕੀਮ ਦਾ ਫਾਇਦਾ ਸਾਡੇ ਵਿਦਿਆਰਥੀਆਂ ਨੂੰ ਹੋਊਗਾ ਕਿ ਸਾਡੇ ਵਿਦਿਆਰਥੀ ਇੱਥੇ ਰਹਿਣਗੇ, ਇੰਡਸਟਰੀਆਂ ਖੋਲ੍ਹਣਗੇ? ਕਿ ਸਰਕਾਰ ਦੀ ਇੱਦਾਂ ਦੀ ਵੀ ਕੋਈ ਪਾਲਿਸੀ? ਉਹਨਾਂ ਦਾ ਜਿਹੜਾ ਇਸੇ ਪਾਲਿਸੀ 'ਚ ਆਤਮ ਨਿਰਭਰ 'ਚ ਉਹਨਾਂ ਨੇ ਚੌਥਾ ਪਿਲਰ ਦੱਸਿਆ, ਉਹ ਹੈ ਡੈਮੋਗ੍ਰਾਫੀ। ਜੀ, ਕਿ ਸਾਡਾ ਜਿਹੜਾ ਯੂਥ ਹੈ ਉਹਦੇ ਵਿੱਚ ਬੜੀ ਤਾਕਤ ਆ। ਅੱਜ ਉਸ ਯੂਥ ਦੀ ਜਿਹੜੀ ਏਜ ਆ ਉਹ ਕੰਮ ਕਰਨ ਵਾਲੀ ਆ, ਹਿਸਟ ਪੁਸ਼ਟ ਹੈ ਸਾਡਾ ਯੂਥ, ਕੋਈ ਬਿਮਾਰੀਆਂ ਦਾ ਨਹੀਂ ਮਾਰਿਆ। ਸਾਡੇ ਯੂਥ ਦੇ ਕੋਲ ਬੜੀ ਪਾਵਰ ਆ, ਨੌਲੇਜ ਆ, ਸਾਡਾ ਯੂਥ ਬਹੁਤ ਕੁਝ ਕਰ ਸਕਦਾ। ਉਹਨਾਂ ਨੇ ਕਿਹਾ ਕਿ ਅਗਰ ਇਸ ਨੂੰ ਮੈਂ ਸਕਿੱਲ ਉਹਨਾਂ ਦੀ ਜਿਹੜੀ ਨਿਖਾਰ ਦੇਵਾਂ, ਅਗਰ ਮੈਂ ਇਹਨਾਂ ਨੂੰ ਇਸ ਕਾਬਲ ਕਰ ਦੇਵਾਂ ਕਿ ਇਹ ਬਾਹਰ ਵੀ ਜਾ ਕੇ ਅੱਛਾ ਕੰਮ ਕਰਕੇ ਆਉਣ, ਇੱਥੇ ਵੀ ਕਰਨ, ਅਸੀਂ ਬਾਹਰੇ ਜਿਹੜੀ ਇਹਨੂੰ ਕੈਟਾਗਰਾਈਜ਼ ਕਰਕੇ ਅਗਰ ਲੇਬਰ ਟ੍ਰੇਨ ਕਰਕੇ ਮੈਂ ਬਾਹਰ ਭੇਜਣੀ ਆ, ਅਗਰ ਮੈਂ ਇਥੋਂ ਕਾਰਪੈਂਟਰ ਭੇਜਣਾ ਤਾਂ ਉਹਨੂੰ ਵੀ ਸਰਟੀਫਾਈ ਕਰਕੇ ਭੇਜਾਂ। ਉਹ ਸਕਿੱਲ ਡਿਵੈਲਪਮੈਂਟ 'ਚ ਉਹਨਾਂ ਨੇ ਲਿਆਂਦਾ। ਇਸ ਡੈਮੋਗ੍ਰਾਫੀ ਨੂੰ ਦੇਖਦੇ ਹੋਏ ਉਹਨਾਂ ਨੇ ਕਿਹਾ ਵੀ ਜੇ ਮੇਰੇ ਚਾਰੇ ਪਿਲਰ ਸਟਰੋਂਗ ਹੋ ਗਏ ਤੇ ਮੈਂ ਡਿਮਾਂਡ ਕ੍ਰੀਏਟ ਕਰਨੀ ਅੱਗੇ। ਜੇ ਡਿਮਾਂਡ ਕ੍ਰੀਏਟ ਕਰਤੀ, ਜਿਹੜੇ ਵਿਦੇਸ਼ਾਂ ਤੋਂ ਯੂਨਿਟ ਆ ਉਹ ਇੱਥੇ ਆਉਣ ਲੱਗ ਪਏ। ਤੁਸੀਂ ਦੇਖੋ ਉਹਨਾਂ ਨੇ FDI ਦੀ ਜਿਹੜੀ ਸੀਮਾ ਹੈ ਉਹ ਕਈ ਖੇਤਰਾਂ ਦੇ ਵਿੱਚ 75% ਤੱਕ ਵੀ ਕਰ ਦਿੱਤੀ ਹੈ। ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਇੱਥੇ 75% ਤੱਕ ਅਲਾਉ ਕਰ ਦਿੱਤੀ ਉਹਨਾਂ ਕਈ ਖੇਤਰਾਂ ਦੇ ਵਿੱਚ। ਪ੍ਰਧਾਨ ਮੰਤਰੀ ਡਿਫੈਂਸ ਤੱਕ ਖੇਤਰ ਲੈ ਲਓ, ਉਹਨਾਂ ਨੇ ਕਿਹਾ ਕਿ ਮੇਰਾ ਯੂਥ ਅਗਰ ਇੱਥੇ ਇਹ ਉੱਪਰਲੀਆਂ ਚਾਰੇ ਗੱਲਾਂ ਪੂਰੀਆਂ ਕਰਦਾ, ਬੈਂਕ ਤਾਂ ਇਸ ਵੇਲੇ ਲੋਕਾਂ ਲਈ ਪੈਸਾ ਖਿਲਾਰ ਕੇ ਬੈਠੇ ਆ, ਲੈਣ ਵਾਲੇ ਘੱਟ, ਔਰ ਰੇਟ ਆਫ ਇੰਟਰਸਟ ਵਿੱਚ ਦੇਖੋ ਕਿੰਨਾ ਘਟਾ ਦਿੱਤਾ। ਬਿਲਕੁਲ ਥੱਲੇ ਜਾ ਕੇ ਰੇਟ ਦੇ ਉੱਤੇ ਐਸੇ ਤੁਹਾਨੂੰ ਲੋਨ ਮਿਲਦਾ। ਮਸ਼ੀਨਾਂ ਦੀ ਇੰਪੋਰਟ ਜਿੱਥੋਂ ਮਰਜ਼ੀ ਕਰ ਲਓ, ਵਰਲਡ ਖੁੱਲਾ ਪਿਆ, ਸੰਸਾਰ ਖੁੱਲਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਿਸੇ ਦੇਸ਼ ਦਾ ਕੋਈ ਨੁਕਸਾਨ ਕੀਤੇ ਬਗੈਰ ਆਪਣੇ ਦੇਸ਼ ਦੇ ਜਿਹੜੇ ਰਿਸੋਰਸਿਸ ਆ ਉਹਨੂੰ ਮੈਂ ਇਦਾਂ ਦੇ ਬਣਾਉਣਾ ਚਾਹੁੰਦਾ ਕਿ ਮੈਂ ਆਤਮ ਨਿਰਭਰ ਹੋ ਜਾਵਾਂ, ਚਾਹੇ ਉਹ ਡਿਫੈਂਸ ਸੈਕਟਰ ਆ, ਚਾਹੇ ਮੇਰਾ ਟੈਲੀਕਮਿਊਨੀਕੇਸ਼ਨ ਸੈਕਟਰ, ਚਾਹੇ ਮੇਰਾ ਐਜੂਕੇਸ਼ਨ, ਚਾਹੇ ਹੈਲਥ ਆ। ਉਸ ਤੋਂ ਬਾਅਦ ਮੇਰੇ ਇਸ ਕਰਨ ਦੇ ਨਾਲ ਬਾਕੀ ਦੇਸ਼ਾਂ ਦੇ ਵਿੱਚ ਕੋਈ ਉਹਨਾਂ ਨੂੰ ਗੁੱਸਾ ਨਾ ਹੋਵੇ। ਇਹ ਉਹਨਾਂ ਨੇ ਸੁਖ ਸ਼ਾਂਤੀ ਸਾਰਿਆਂ ਨੂੰ ਚਾਹੁੰਦੇ ਹੋਏ ਇਹ ਡਿਕਲੇਅਰ ਕੀਤਾ। ਇਹਦੇ ਨਾਲ ਉਹਨੇ ਕਿਹਾ ਡਿਮਾਂਡ ਜਿਹੜੀ ਹੈਗੀ ਆ ਮੇਰੇ ਬਣੇਗੀ। ਉਹਨਾਂ ਨੇ ਡਿਮਾਂਡ ਦੀ ਵੀ ਗੱਲ ਕਰਤੀ। ਹੁਣ ਜਿਵੇਂ ਇਹਨਾਂ ਨੇ ਕਿਹਾ ਕਿ ਇੰਡਸਟਰੀ ਨੂੰ ਉੱਪਰ ਚੱਕਣ ਲਈ ਲੋਨਸ ਦੀ, ਕਿ ਉਹਨਾਂ ਨੇ ਬੈਂਕਾਂ ਨੂੰ ਨਿਰਦੇਸ਼ ਦੇ ਦਿੱਤੇ ਕਿ ਤੁਸੀਂ ਜਿਹੜਾ ਆਓ ਲੋਨ ਲਓ ਤੇ ਆਪਦੇ ਕੰਮਕਾਰ ਸ਼ੁਰੂ ਕਰੋ। ਉਹਨਾਂ ਨੇ ਜਿਹੜੀ ਗੱਲ ਕਹੀ ਹੈ ਨਾ, ਵਧੀਆ ਗੱਲ ਕਹੀ ਹੈ। ਅੱਗੇ ਰੇਟ ਆਫ ਇੰਟਰਸਟ ਬਹੁਤ ਹੁੰਦੇ ਸੀਗੇ ਜੀ, ਇਹ ਵੀ ਘਟ ਗਏ ਮਤਲਬ ਸਾਰੇ ਪਾਸਿਓਂ, ਕਿਉਂਕਿ ਇਕਨੋਮੀ ਹੁਣ ਇਦਾਂ ਦੀ ਹੋ ਗਈ ਹੈ ਜੀ। ਬਾਕੀ ਗੱਲ ਇਹ ਹੈਗੀ ਹੈ, ਪਰ ਤੁਹਾਡੀ ਬੈਂਕਾਂ ਨੂੰ ਕੋਈ ਇਦਾਂ ਦਾ ਹੈ ਕਿ ਜਿਹਨੇ ਇੰਡਸਟਰੀ ਖੋਲ੍ਹਣੀ, ਛੋਟਾ ਮੋਟਾ ਕੰਮਕਾਰ ਖੋਲ੍ਹਣਾ, ਉਹਦੇ ਲਈ ਤੁਸੀਂ ਲੋਨ ਦੇ ਰਹੇ ਹੋ? ਉਹਨਾਂ ਨੇ ਦੱਸ ਹੀ ਦਿੱਤਾ ਜੀ ਭਈ ਲੋਨ ਤਾਂ ਚੱਕੀ ਫਿਰਦੇ ਬੈਂਕ ਜੀ, ਲੈਣ ਵਾਲਾ ਚਾਹੀਦਾ ਜੀ। ਉਹ ਇੰਡਸਟਰੀਅਲ ਸਾਰਾ ਠੀਕ। ਬਾਕੀ ਰਹੀ ਜਿਹੜੀ ਇਹ ਆਤਮ ਨਿਰਭਰਤਾ, ਜੀ,
ਤੁਹਾਨੂੰ ਯਾਦ ਹੋਣਾ ਵੀ ਜਦੋਂ 1961 ਤੋਂ ਲੈ ਕੇ ਜਿਹੜੇ ਦੱਸੀ ਉਹਨਾਂ ਨੇ ਗੱਲ ਕਿ ਉਹ ਕਾਲੀ ਕਣਕ ਆਈ ਸੀ ਬਾਹਰੋਂ ਜੀ, ਮਤਲਬ ਉਹ ਅੱਛੀ ਮਿਸਾਲ ਹੈ। ਉਹਨਾਂ ਨੂੰ ਸਾਡੇ ਕੋਲ ਕਣਕ ਹੈ ਨਹੀਂ ਸੀ, ਅਸੀਂ ਭੁੱਖੇ ਮਰਨ ਡਏ ਸੀ ਹੋਲੇ, ਫਿਰ ਬਾਹਰੋਂ ਤੇ ਮੰਗਾਈ। ਉਹਨਾਂ ਨੂੰ ਕੀਤਾ, ਉਹਨਾਂ ਨੇ ਆਪਣੀ ਸ਼ਰਤਾਂ ਰੱਖੀਆਂ PL 84 ਬਣਾ ਕੇ ਉਹਨਾਂ ਨੇ ਸ਼ਰਤਾਂ ਰੱਖੀਆਂ। ਫਿਰ ਉਹਨਾਂ ਨੇ ਉਹ ਇੰਨੀ ਕਾਲੀ ਜਿਹੀ ਕਣਕ ਭੇਜੀ ਸਾਨੂੰ ਉਹਨਾਂ ਨੇ, ਉਹਦੇ ਵਿੱਚ ਜਿਹੜੀ ਵੀਡ ਜਿਹਨੂੰ ਕਾਂਗਰਸ ਕਹਿੰਦੇ ਆ, ਉੱਗਦੀ ਫਿਰਦੀ ਨਾ, ਐਲਰਜੀ ਕਰਦੀ ਲੋਕਾਂ ਨੂੰ, ਇਹ ਉਹਦੇ ਨਾਲ ਆ ਜੀ। ਤੇ ਉਹ ਉਹਨਾਂ ਨੇ ਮਤਲਬ ਕਰਕੇ ਉਹਨਾਂ ਦੇ ਜਿਹੜੀ ਹੈਗੀ ਆ, ਸਾਡੇ ਵਿਗਿਆਨੀ ਜਿਹੜੇ ਆ ਯੂਨੀਵਰਸਿਟੀ ਜਿਹੜੀ ਆਪਣੀ ਹੈਗੀ ਆ ਲੁਧਿਆਣੇ ਵਾਲੀ ਐਗਰੀਕਲਚਰ, ਇਹਨਾਂ ਨੇ ਮਿਹਨਤਾਂ ਕਰਕੇ ਆਪਣੇ ਲੋਕਲ ਬੀਜਾਂ ਨੂੰ ਨਾਲ ਮਿਲਾ ਕੇ ਉਹਦਾ ਕਲਿਆਣ ਕਣਕ ਦਾ ਬੀਜ ਕੱਢਿਆ, ਦੂਜੇ ਕੱਢੇ ਆ। ਹੁਣ ਆਪਾਂ ਜਿਹੜੀ ਕਣਕ ਬੜੀ ਵਧੀਆ ਖਾ ਰਹੇ ਆ, ਇੱਥੇ ਹੋ ਰਹੇ ਆ, ਇਹ ਅਸਲੀ ਆਤਮ ਨਿਰਭਰਤਾ। ਜਦੋਂ ਅਸੀਂ ਬਾਹਰ ਡਿਪੈਂਡ ਕਰਦੇ ਸੀ ਤਾਂ ਸਾਨੂੰ ਜੋ ਮਰਜ਼ੀ ਇੱਥੇ ਕਰਦੇ ਸੀ, ਇਹੀ ਸਾਡਾ ਡਿਫੈਂਸ ਹੈਗਾ। ਅੱਗੇ ਬਾਹਰੋਂ ਲੈਣਾ ਪੈਂਦਾ ਸੀ, ਹੁਣ ਸਾਡਾ ਇੰਨਾ ਕਰਤਾ ਵੀ ਅਸੀਂ ਆਪਣੇ ਜਿਹੜੀਆਂ ਚੀਜ਼ਾਂ ਆਪਣੇ ਮੁਲਕ ਵਿੱਚ ਬਣਾ ਰਹੇ ਹਾਂ। ਪਹਿਲੀ ਸਾਡੀ ਚੀਨ ਨਾਲ ਲੜਾਈ ਹੋਈ ਹੈ ਤੇ ਉਦੋਂ ਸਾਡੇ ਕੁਛ ਵੀ ਨਹੀਂ ਸੀ, ਹਾਰ ਗਏ। ਜੇ ਉਦੋਂ ਥੋੜੀ ਮੋਡੀਫਿਕ ਚੱਕਿਆ ਕੰਮ ਤੇ 70 ਦੀ ਲੜਾਈ ਅਸੀਂ ਬਹੁਤ ਸਾਰੀ ਤਰੱਕੀ ਵੀ ਕੀਤੀ, ਔਰ ਹੁਣ ਪ੍ਰਧਾਨ ਮੰਤਰੀ ਸਾਹਿਬ ਦੇ ਯਤਨਾਂ ਨਾਲ ਜਿਹੜਾ ਉਹ ਅੱਗੇ ਹੋਰ ਵੀ ਅਸੀਂ ਤਰੱਕੀ ਕਰਾਂਗੇ। ਕੋਹਲੀ ਸਾਹਿਬ, ਜਿਵੇਂ ਇਹਨਾਂ ਨੇ ਲੋਨ ਦੀ ਵੀ ਗੱਲ ਕਰ ਲਈ, ਹੁਣ ਮੈਂ ਇੰਡਸਟਰੀ ਕੀ ਗਰੋ ਕਰੂਗੀ ਇਹ ਸਕੀਮ ਨਾਲ ਪ੍ਰਧਾਨ ਮੰਤਰੀ ਸਾਹਿਬ? ਜਿਹੜਾ ਆਤਮ ਨਿਰਭਰ ਭਾਰਤ ਮੋਦੀ ਜੀ ਨੇ ਸਕੀਮ ਚਲਾਈ ਹੈ ਨਾ ਜੀ, ਇਹਦੇ ਨਾਲੋਂ ਵਧੀਆ ਸਕੀਮ ਕੋਈ ਨਹੀਂ ਆ ਸਕਦੀ ਜੀ। ਲੇਕਿਨ ਸਾਡੇ ਅੰਦਰ ਕਰਨ ਦੀ ਸ਼ਕਤੀ ਵੀ ਹੋਣੀ ਚਾਹੀਦੀ ਹੈ ਨਾ। ਅਸੀਂ ਸਾਰੇ ਗੱਲਾਂ ਜ਼ਿਆਦਾ ਮਾਰਨ ਦੇ ਵਿੱਚ ਬਿਲੀਵ ਕਰਦੇ ਹਾਂ। ਜਦ ਤੱਕ ਸਾਨੂੰ ਗੱਲਾਂ ਘੱਟ ਕੰਮ ਜ਼ਿਆਦਾ ਇਹ ਕਰਨ ਦੀ ਆਦਤ ਨਹੀਂ ਪੈਂਦੀ, ਤਦ ਤੱਕ ਬੜਾ ਮੁਸ਼ਕਲ ਹੈ। ਅਸੀਂ ਸਾਰੇ ਅੱਜ ਤੱਕ ਅਨਆਰਗੇਨਾਈਜ਼ ਸੈਕਟਰ 'ਚ ਬੈਠੇ ਹਾਂ। ਆਰਗੇਨਾਈਜ਼ ਸੈਕਟਰ ਹੋਣ ਲਈ ਸਾਨੂੰ ਚਾਹੇ ਐਗਰੀਕਲਚਰ ਚਾਹੇ ਇੰਡਸਟਰੀ ਹੈ, ਹੰਸ ਸਾਹਿਬ ਦੀ ਵੀ ਗੱਲ ਦਾ ਜਵਾਬ ਹੈ, ਜਦ ਤੱਕ ਅਸੀਂ ਆਰਗੇਨਾਈਜ਼ ਨਹੀਂ ਹੋਵਾਂਗੇ, ਚਾਹੇ ਛੋਟੀ ਇੰਡਸਟਰੀ ਚਾਹੇ ਵੱਡੀ, ਅਸੀਂ ਕਾਰਪੋਰੇਟ ਨਹੀਂ ਬਣਾਂਗੇ, ਅਸੀਂ ਵੱਡੇ ਘਰਾਣਿਆਂ ਦੇ ਮੰਗਰ ਆਪਣੇ ਉਸ ਸਿਸਟਮ ਦੇ ਵਿੱਚ ਨਹੀਂ ਆਵਾਂਗੇ, ਜਦ ਤੱਕ ਸਿਸਟਮ ਨੂੰ ਅਡਾਪਟ ਨਹੀਂ ਕਰਾਂਗੇ, ਟੈਕਨੋਲੋਜੀ ਹੋਵੇ, ਐਡਮਿਨਿਸਟ੍ਰੇਸ਼ਨ ਹੋਵੇ, ਫਾਈਨੈਂਸ ਹੋਵੇ, ਜਦ ਤੱਕ ਆਪਣੇ ਸਿਸਟਮ 'ਚ ਨਹੀਂ ਆਵਾਂਗੇ ਤਦ ਤੱਕ ਗਰੋ ਕਰਨਾ ਬਹੁਤ ਮੁਸ਼ਕਿਲ ਹੈ। ਇਹ ਜਦੋਂ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਤੇ ਆਤਮ ਨਿਰਭਰ ਭਾਰਤ ਦੇ ਵਿੱਚ ਸਰਕਾਰ ਨੇ ਤਾਂ ਦਰਵਾਜ਼ੇ ਖੋਲ ਦਿੱਤੇ ਆ। ਹੁਣ ਸਾਡੀ ਜਿਹੜੀ ਇੱਛਾ ਸ਼ਕਤੀ ਆ ਉੱਤੇ ਅਸੀਂ ਕੋਈ ਕਹਿਣੀ ਔਰ ਕਥਨੀ ਇਹ ਤਾਂ ਨਹੀਂ ਯੈਸ ਸਰ ਕਰਕੇ ਬਸ ਕੱਲ ਨੂੰ ਜਾ ਕੇ ਸੌਂ ਗਏ। ਸਾਨੂੰ ਅੱਜ ਬੜੀ ਜ਼ਰੂਰਤ ਆ ਆਪਣੇ ਜਿਹੜੇ ਅੰਦਰ ਨਿਰਣਾ ਕਰੀਏ, ਉਹਨੂੰ ਪੂਰੇ ਕਰੀਏ, ਔਰ ਉਹਨੂੰ ਪੂਰਾ ਕਰਕੇ ਅਸੀਂ ਜਿਹੜਾ ਸੰਸਾਰ ਦੇ ਵਿੱਚ ਆਪਣੇ ਜਿਹੜੇ ਉਤਪਾਦ ਹੋ ਰਹੇ ਆ ਘਰੇਲੂ ਇੰਡਸਟਰੀ 'ਚ ਵੀ ਸਸਤੇ ਰੇਟ ਤੇ ਵੇਚ ਸਕਾਂਗੇ, ਪ੍ਰੋਡਕਸ਼ਨ ਜ਼ਿਆਦਾ ਕਰਕੇ ਸੰਸਾਰ ਦੇ ਵਿੱਚ ਵੀ ਹਿੰਦੁਸਤਾਨ ਦਾ ਜਿਹੜਾ ਹੈਗਾ ਐਕਸਪੋਰਟ ਦਾ ਹਿੱਸਾ ਉਹ ਅਸੀਂ ਵਧਾ ਸਕਾਂਗੇ। ਹਿੰਦੁਸਤਾਨ ਦੇ ਪ੍ਰੋਡਕਟ ਸੰਸਾਰ ਦੇ ਵਿੱਚ ਬਹੁਤ ਜ਼ਿਆਦਾ ਮੰਗ ਦੇ ਵਿੱਚ ਆ ਜੀ, ਲੇਕਿਨ ਅਸੀਂ ਪੂਰਾ ਨਹੀਂ ਕਰ ਸਕਦੇ। ਦੂਸਰਾ ਕੋਹਲੀ ਸਾਹਿਬ, ਇਹਦੇ ਰੇਟਸ ਦਾ ਵੀ ਫਰਕ ਪਊਗਾ। ਜੇ ਬਾਹਰੋਂ ਅਸੀਂ ਮੰਗਾਉਣੇ ਸਾਨੂੰ ਮਹਿੰਗਾ ਪੈਂਦਾ, ਜੇ ਅਸੀਂ ਬਣਾਵਾਂਗੇ ਤੇ ਵਧੀਆ ਵੀ ਹੋਏਗਾ। ਜਦੋਂ ਅਸੀਂ ਬਣਾਵਾਂਗੇ ਨਾ ਜੀ, ਸਾਡਾ ਰੁਪਈਆ ਸਟਰੋਂਗ ਹੋਏਗਾ, ਰੁਪਈਆ ਸਟਰੋਂਗ ਹੋਏਗਾ, ਡਾਲਰ ਕਮਜ਼ੋਰ ਹੋਏਗਾ। ਇਸ ਦੇ ਨਾਲ ਜਿਹੜੇ ਬਾਹਰਲੇ ਲੋਕ ਆ ਉਹ ਹਿੰਦੁਸਤਾਨ ਦਾ ਰੁਪਈਆ ਜਦੋਂ ਸਟਰੋਂਗ ਹੋਏਗਾ ਉਹ ਇੱਥੇ ਜ਼ਿਆਦਾ ਇਨਵੈਸਟ ਕਰਨਗੇ ਤਾਂ ਸਾਡੇ ਜ਼ਿਆਦਾ ਖੁਸ਼ਹਾਲੀ ਆਏਗੀ, ਔਰ ਸਾਡੇ ਜਿਹੜੇ ਪ੍ਰੋਡਕਸ਼ਨ ਕਾਸਟ ਆ ਉਹ ਲੋ ਹੋਏਗੀ, ਔਰ ਲੋ ਹੋਣ ਦੇ ਨਾਲ ਅਸੀਂ ਆਪਣਾ ਜਿਹੜਾ ਹੈਗਾ ਗੁਜ਼ਾਰਾ ਕਰਨ ਤੋਂ ਬਾਅਦ ਇੰਨਾ ਮਾਲ ਸਰਪਲਸ ਹੋ ਜੂ। ਅੱਜ ਲੋੜ ਆ 135 ਕਰੋੜ ਲੋਕ ਸਾਡੇ ਕੋਲ ਹੈਗੇ ਆ ਜੀ। ਅਗਰ ਅਸੀਂ ਤਹੀਆ ਕਰ ਲਈਏ ਕਿ ਨਹੀਂ ਕਰਨਾ ਜਾਂ ਮਰਨਾ, ਤੇ ਚੀਨ ਦਾ ਕੀ ਮਤਲਬ ਹੈ ਜੀ? ਸਾਡੇ ਤੁਸੀਂ ਹਿੰਦੁਸਤਾਨ ਜਿਹੜੀ ਵੋਕਲ ਵਾਲੀ ਹਾਂ, ਪ੍ਰਧਾਨ ਮੰਤਰੀ ਸਾਹਿਬ ਨੇ ਵੋਕਲ ਫਾਰ ਦਾ ਲੋਕਲ ਇੰਡਸਟਰੀ ਹੋ ਗਈ ਜੀ, ਲੇਕਿਨ ਉਹ ਨਾਲ ਗਿਆ ਵੀ ਵੋਕਲ ਫਾਰ ਲੋਕਲ। ਹਾਂਜੀ, ਸਾਰੇ ਆਪਣੇ ਤਹੀਆ ਕਰੀਏ ਵੀ ਆਪਾਂ ਜੇ ਇਹਨਾਂ ਦੀ ਇੰਡਸਟਰੀ ਲੋਕਲ ਦਾ ਅਸੀਂ ਤਾਂ ਮਾਲ ਲੈਣਾ, ਅਸੀਂ ਚੀਨ ਵਾਲਾ ਨਹੀਂ ਲੈਣਾ, ਆਪੇ ਚੀਨ ਦਾ ਮਾਲ ਨਹੀਂ ਪੁੱਛਣਾ, ਕੋਈ ਕੁਆਲਿਟੀ ਨਹੀਂ, ਵਾਸਤਾ ਨਹੀਂ ਜੀ। ਇਸ ਕਰਕੇ ਜੋ ਸਕੀਮ ਸੋਚੀ ਹੈ ਜਾਂ ਜੋ ਅਪਲਾਈ ਕੀਤੀ ਆ, ਪ੍ਰੈਕਟੀਕਲ ਬੰਦਾ ਹੈ ਜਿਹੜਾ ਕਿ ਇਹਨਾਂ ਕੰਮਾਂ 'ਚ ਖੁੱਭਿਆ ਹੋਵੇ, ਜਿਹਨੇ ਕਿ ਗਰੀਬੀ ਮੇਰੀ ਦੇਖੀ ਹੋਵੇ, ਮਤਲਬ ਇੱਦਾਂ ਦੇ ਲੀਡਰ ਘੱਟ ਹੀ ਮਿਲਦੇ। ਇਹਨਾਂ ਚੀਜ਼ਾਂ ਨਾਲ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਗੱਲ ਕੀਤੀ ਆ, ਮੈਨੂੰ ਲੱਗਦਾ ਕਿ ਉਹ ਅਸੀਂ ਬਹੁਤ ਛੇਤੀ ਇਹ ਜਿਹੜਾ ਅਚੀਵਮੈਂਟ ਵੀ ਕਰਾਂਗੇ। ਜਿਹੜਾ ਵੋਕਲ ਫਾਰ ਲੋਕਲ ਹੈ ਨਾ ਜੀ, ਇਹ ਬਹੁਤ ਅੱਛਾ ਨਾਰਾ ਦਿੱਤਾ ਉਹਨਾਂ ਨੇ। ਉਹ ਕਹਿੰਦਾ ਜੋ ਬਣਾ ਰਹੇ ਆ ਆਪ ਵੀ ਲਓ ਤੇ ਬਾਹਰਲੇ ਮੁਲਕਾਂ ਨੂੰ ਵੀ ਦੱਸੋ ਜੀ, ਜਿਹਦੇ ਨਾਲ ਸਾਡਾ ਗਰੋਥ ਹੋਏਗੀ। ਤੁਸੀਂ ਸਾਡੇ ਇਸ ਪ੍ਰੋਗਰਾਮ 'ਚ ਆਏ, ਬਹੁਤ ਸਾਰੀ ਜਾਣਕਾਰੀ ਦਿੱਤੀ, ਔਰ ਆਤਮ ਨਿਰਭਰ ਭਾਰਤ ਬਣਨ ਲਈ ਸਰਕਾਰ ਦੇ ਕੀ ਯਤਨ ਨੇ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸਿਆ। ਕੋਹਲੀ ਸਾਹਿਬ ਤੇ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪਿਆਰੇ ਦਰਸ਼ਕੋ, ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦਾ ਮਸਲਾ ਲੈ ਕੇ। ਤਦ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।